हाँ जी, सत श्री अकाल जी साਰਿਆਂ ਨੂੰ। पंजाब मिड भी ਤੁਹਾਡਾ बहुत-बहुत स्वागत ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਚਾਲਬਾਜ਼ਾਂ ਦੇ ਬੌਸ ਦੀ, ਜਿਸ ਨੇ ਅਜਿਹੇ ਸਕੈਮ ਕੀਤੇ ਕਿ ਅੱਜ ਵੀ ਇਸ ਦਾ ਨਾਮ ਮੁਹਾਵਰਿਆਂ ਵਿੱਚ ਵਰਤਿਆ ਜਾਂਦਾ ਹੈ। ਜੇਕਰ ਇੰਡੀਆ ਵਿੱਚ ਧੋਖਾਧੜੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਨਟਵਰ ਲਾਲ ਦਾ ਨਾਮ ਪਹਿਲੇ ਪੰਨੇ ਦੀ ਪਹਿਲੀ ਲਾਈਨ ਤੇ ਆਵੇਗਾ। ਸੋ ਅੱਜ ਆਪਾਂ ਇਸ ਦੇ ਕਾਰਨਾਮਿਆਂ ਬਾਰੇ ਹੀ ਗੱਲ ਕਰਾਂਗੇ ਤੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ, ਕਿਉਂਕਿ ਇਹ ਇਨਸਾਨ ਨੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਕਈ 100 ਕਰੋੜਾਂ ਦੀਆਂ ਠੱਗੀਆਂ ਮਾਰੀਆਂ ਨੇ, ਪਰ ਕੋਈ ਵੀ ਠੱਗੀ ਇਸ ਨੇ ਪਿਸਤੌਲ ਤੇ ਚਾਕੂ ਦੀ ਨੋਕ ਤੇ ਨਹੀਂ ਮਾਰੀ, ਬਲਕਿ ਆਪਣੀ ਕਲਮ ਤੇ ਦਿਮਾਗ ਦੇ ਨਾਲ ਮਾਰੀ ਹੈ। ਹਰੇਕ ਬੰਦੇ ਕੋਲ ਕੋਈ ਨਾ ਕੋਈ ਗੁਣ ਹੁੰਦਾ ਹੈ ਤੇ ਇਸੇ ਤਰ੍ਹਾਂ ਨਟਵਰ ਲਾਲ ਕੋਲ ਸ਼ਾਤਰ ਤਰੀਕੇ ਨਾਲ ਚੋਰੀ ਕਰਨ ਦਾ ਗੁਣ ਸੀ। ਨਟਵਰ ਲਾਲ ਨੂੰ ਉਸ ਦੇ ਪਿੰਡ ਵਿੱਚ ਹਰ ਕੋਈ ਮਿਸਟਰ ਨਟਵਰ ਲਾਲ ਕਹਿ ਕੇ ਬੁਲਾਉਂਦਾ ਹੈ ਤੇ ਤੁਸੀਂ ਅਕਸਰ ਛੋਟੇ ਹੁੰਦਿਆਂ ਨੇ ਸੁਣਿਆ ਹੋਵੇਗਾ ਕਿ ਇੱਕ ਬੰਦੇ ਨੇ ਤਾਜ ਮਹਿਲ ਵੇਚ ਦਿੱਤਾ ਸੀ ਤੇ ਲਾਲ ਕਿਲਾ ਤੇ ਸੰਸਦ ਵੀ ਵੇਚ ਦਿੱਤਾ ਸੀ, ਉਹ ਵੀ ਸਣੇ ਮੰਤਰੀਆਂ ਦੇ। ਸੋ ਉਹ ਇਨਸਾਨ ਇਹ ਨਟਵਰ ਲਾਲ ਹੀ ਸੀ। ਸੋ ਅੱਜ ਆਪਾਂ ਇਸ ਦੇ ਕਾਰਨਾਮਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਸੋ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1912 ਤੋਂ ਬਿਹਾਰ ਦੇ ਸਵਾਨ ਜ਼ਿਲ੍ਹੇ ਦੇ ਪਿੰਡ ਬੰਗਰਾ ਤੋਂ, ਜਦੋਂ ਮਿਥਿਲੇਸ਼ ਕੁਮਾਰ ਸ੍ਰੀਵਾਸਤਵਾ ਉਰਫ ਮਿਸਟਰ ਨਟਵਰ ਲਾਲ ਦਾ ਜਨਮ ਹੋਇਆ ਤੇ ਇਸ ਦੇ ਨਾਲ ਦੇ ਪਿੰਡ ਜੀਰਾਦੇਈ ਤੋਂ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਵੀ ਸੀ। ਤੇ ਤੁਹਾਨੂੰ ਦੱਸ ਦਈਏ ਕਿ ਨਟਵਰ ਲਾਲ ਦੇ ਬਹੁਤ ਸਾਰੇ ਨਾਮ ਨੇ, ਪਰ ਅਸਲੀ ਨਾਮ ਮਿਥਿਲੇਸ਼ ਕੁਮਾਰ ਸ੍ਰੀਵਾਸਤਵਾ ਹੀ ਸੀ, ਜੋ ਕਿ ਬਾਅਦ ਵਿੱਚ ਉਸ ਦੇ ਪਿੰਡ ਤੋਂ ਪਤਾ ਕੀਤਾ ਗਿਆ। ਨਟਵਰ ਲਾਲ ਦੇ ਪਿਤਾ ਸਟੇਸ਼ਨ ਮਾਸਟਰ ਸੀ। ਪਿਤਾ ਦਾ ਨਾਮ ਰਘੂਨਾਥ ਪ੍ਰਸਾਦ ਸ੍ਰੀਵਾਸਤਵਾ ਸੀ। ਸੋ ਨਟਵਰ ਲਾਲ ਦੇ ਪਿੰਡ ਵਾਲੇ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਨੇ ਕਿ ਨਟਵਰ ਲਾਲ ਉਹਨਾਂ ਦੇ ਪਿੰਡ ਦੇ ਸੀ। ਅੱਜ ਵੀ ਉਹਨਾਂ ਦੇ ਪਿੰਡ ਵਿੱਚ ਖਸਤਾ ਹਾਲਤ ਵਿੱਚ ਨਟਵਰ ਲਾਲ ਦਾ ਘਰ ਮੌਜੂਦ ਹੈ ਤੇ ਨਟਵਰ ਲਾਲ ਦਾ ਬਚਪਨ ਵਿੱਚ ਮਨ ਪੜ੍ਹਾਈ ਤੋਂ ਜ਼ਿਆਦਾ ਫੁੱਟਬਾਲ ਤੇ ਚੈਸ ਵਿੱਚ ਲੱਗਦਾ ਸੀ ਤੇ 15 ਸਾਲ ਦੀ ਉਮਰ ਵਿੱਚ 9ਵੀਂ ਜਮਾਤ ਵਿੱਚ ਨਟਵਰ ਲਾਲ ਨੂੰ ਪੜ੍ਹਾਈ ਲਈ ਪਟਨਾ ਭੇਜ ਦਿੱਤਾ ਤੇ ਜਿੱਥੇ ਉਹ 10ਵੀਂ ਕਲਾਸ ਵਿੱਚ ਫੇਲ ਹੋ ਗਿਆ ਤੇ ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ, ਪਰ ਨਟਵਰ ਲਾਲ ਨੇ ਇਸ ਨੂੰ ਮੋਟੀਵੇਸ਼ਨ ਦੇ ਤੌਰ ਤੇ ਲਿਆ ਤੇ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਕੇ ਦਿਖਾਈ ਤੇ ਹੁਣ ਉਸ ਨੇ ਕਾਲਜ ਵਿੱਚ ਦਾਖਲਾ ਲੈਣਾ ਸੀ। ਪਰ ਹੁਣ ਇੱਥੇ ਉਸ ਦੇ ਨਾਲ ਇੱਕ ਘਟਨਾ ਵਾਪਰੀ ਤੇ ਇਹ ਘਟਨਾ ਇਸ ਦੀ ਆਉਣ ਵਾਲੀ ਜ਼ਿੰਦਗੀ ਦਾ ਪਹਿਲਾ ਪੜਾਅ ਸੀ। ਤੇ ਤੁਹਾਨੂੰ ਦੱਸ ਦਈਏ ਕਿ ਉਸ ਨੇ ਸਭ ਤੋਂ ਪਹਿਲਾਂ ਸਕੈਮ ਛੋਟੀ ਉਮਰ ਵਿੱਚ ਹੀ ਕੀਤਾ ਸੀ, ਜਦੋਂ ਉਸ ਦੇ ਗਵਾਂਢੀ ਨੇ ਉਸ ਨੂੰ ਇੱਕ ਡਰਾਫਟ ਸਾਈਨ ਕਰਕੇ ਦਿੱਤਾ ਤੇ ਕਿਹਾ ਕਿ ਇਹ ਬੈਂਕ ਤੋਂ ਜਾ ਕੇ ਪੈਸੇ ਕਢਾ ਲਿਆ। ਤੇ ਉਸ ਸਮੇਂ ਨਟਵਰ ਲਾਲ ਛੋਟਾ ਸੀ, ਜਿਸ ਕਰਕੇ ਗਵਾਂਢੀ ਨੂੰ ਭਰੋਸਾ ਸੀ ਕਿ ਇਹ ਕਿਹੜਾ ਕੁਝ ਕਰ ਸਕਦਾ ਹੈ ਤੇ ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਕੀਤਾ ਵੀ ਨਹੀਂ ਸੀ। ਪਰ ਨਟਵਰ ਲਾਲ ਦੀ ਜ਼ਿੰਦਗੀ ਦਾ ਉਹ ਦਿਨ ਨਟਵਰ ਲਾਲ ਦੀ ਪੂਰੀ ਜ਼ਿੰਦਗੀ ਬਦਲਣ ਵਾਲਾ ਸੀ। ਅਸਲ ਵਿੱਚ ਬੈਂਕ ਜਾਂਦੇ ਸਮੇਂ ਰਾਹ ਵਿੱਚ ਡਰਾਫਟ ਤੇ ਸਾਈਨ ਦੇਖੇ ਤੇ ਉਸ ਦਾ ਸ਼ਾਤਰ ਦਿਮਾਗ ਚੱਲਿਆ ਕਿ ਸਿਰਫ ਇਹ ਕਾਗਜ਼ ਤੇ ਇੱਕ ਸਾਈਨ ਕੀਤੇ ਜਾਣ ਨਾਲ ਬੈਂਕ ਵਿੱਚੋਂ ਪੈਸੇ ਮਿਲ ਸਕਦੇ ਨੇ। ਤਾਂ ਉਸ ਨੇ ਡਰਾਫਟ ਤੋਂ ਸਾਈਨ ਕਾਪੀ ਕੀਤੇ, ਜੋ ਕਿ ਬਹੁਤ ਆਸਾਨੀ ਨਾਲ ਕਾਪੀ ਹੋ ਗਏ ਤੇ ਨਟਵਰ ਲਾਲ ਦਾ ਹੌਸਲਾ ਖੁੱਲ ਗਿਆ। ਉਸਨੇ ਆਪਣਾ ਦਿਮਾਗ ਵਰਤ ਕੇ 3-4 ਡਰਾਫਟ ਤੇ ਨਕਲੀ ਸਾਈਨ ਕਰਕੇ 1000 ਰੁਪਏ ਬੈਂਕ ਤੋਂ ਕਢਾ ਲਏ, ਜਿਸ ਦਾ ਪਤਾ ਗਵਾਂਢੀ ਨੂੰ ਕੁਝ ਮਹੀਨਿਆਂ ਬਾਅਦ ਲੱਗਿਆ। ਤੇ ਜਦੋਂ ਉਹ ਬੈਂਕ ਗਿਆ ਤਾਂ ਬੈਂਕ ਵਾਲੇ ਨੇ ਦੱਸਿਆ ਕਿ ਜਿਸ ਨੂੰ ਤੁਸੀਂ ਪਹਿਲੀ ਵਾਰ ਪੈਸੇ ਕਢਾਉਣ ਲਈ ਭੇਜਿਆ ਸੀ, ਉਸਨੇ ਹੀ ਇਹ ਪੈਸੇ ਕਢਾਏ ਨੇ, ਉਹੀ ਬੱਚਾ ਹਰ ਵਾਰ ਪੈਸੇ ਲੈ ਕੇ ਗਿਆ ਹੈ। ਤਾਂ ਸਿੱਧਾ ਸ਼ੱਕ ਨਟਵਰ ਲਾਲ ਤੇ ਗਿਆ ਤੇ ਜਿਸ ਤੋਂ ਬਾਅਦ ਉਹ ਬੰਦੇ ਨੇ ਨਟਵਰ ਲਾਲ ਦੇ ਪਿਤਾ ਨੂੰ ਦੱਸਿਆ ਤੇ ਪਿਤਾ ਨੇ ਨਟਵਰ ਲਾਲ ਨੂੰ ਫਿਰ ਚੰਗੀ ਤਰ੍ਹਾਂ ਵਧਾਇਆ, ਮਤਲਬ ਕਿ ਚੰਗੀ ਤਰ੍ਹਾਂ ਕੁੱਟਿਆ। ਪਰ ਫਿਰ ਗੁੱਸੇ ਵਿੱਚ ਆਇਆ ਨਟਵਰ ਲਾਲ ਕਲਕੱਤਾ ਚਲਾ ਗਿਆ ਤੇ ਕਲਕੱਤਾ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਰੁਕਿਆ ਤੇ ਉੱਥੇ ਹੀ ਇਸ ਨੇ LLB ਮਤਲਬ ਕਿ ਵਕੀਲ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਉੱਥੋਂ ਦੀ ਯੂਨੀਵਰਸਿਟੀ ਤੋਂ ਹੀ ਉਸ ਨੇ LLB ਦੀ ਡਿਗਰੀ ਹਾਸਲ ਕੀਤੀ। ਡਿਗਰੀ ਹਾਸਲ ਕਰਨ ਤੋਂ ਬਾਅਦ ਉਸ ਨੇ ਸਟਾਕ ਮਾਰਕੀਟ ਵਿੱਚ ਬ੍ਰੋਕਰ ਦਾ ਕੰਮ ਵੀ ਕੀਤਾ ਤੇ ਕੱਪੜਿਆਂ ਦਾ ਕੰਮ ਵੀ ਸ਼ੁਰੂ ਕੀਤਾ, ਪਰ ਉਸ ਨੂੰ ਕਿਸੇ ਵੀ ਕੰਮ ਵਿੱਚ ਸਫਲਤਾ ਨਹੀਂ ਮਿਲ ਰਹੀ ਸੀ ਤੇ ਕਲਕੱਤਾ ਵਿੱਚ ਫਿਰ ਇਹ ਇੱਕ ਸੇਠ ਦੇ ਮੁੰਡੇ ਨੂੰ ਟਿਊਸ਼ਨ ਦੇਣ ਲੱਗਿਆ ਤੇ ਇੱਕ ਵਾਰ ਇਸ ਨੇ ਸੇਠ ਤੋਂ ਕੁਝ ਪੈਸੇ ਮੰਗੇ, ਪਰ ਸੇਠ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਇਸ ਨੇ LLB ਵਾਲਾ ਦਿਮਾਗ ਵਰਤਿਆ ਤੇ ਸੇਠ ਨੂੰ ਕਾਟਨ ਦੇ ਬਿਜ਼ਨਸ ਵਿੱਚੋਂ 4.5 ਲੱਖ ਦੀ ਠੱਗੀ ਮਾਰ ਲਈ ਤੇ ਕਲਕੱਤਾ ਛੱਡ ਕੇ ਭੱਜ ਗਿਆ। ਪਰ ਕਲਕੱਤਾ ਛੱਡਣ ਤੋਂ ਪਹਿਲਾਂ ਇਸ ਨੇ ਆਪਣਾ ਵਕੀਲ ਵਾਲਾ ਖਤਰਨਾਕ ਦਿਮਾਗ ਵਰਤ ਕੇ ਨਕਲੀ ਸਰਟੀਫਿਕੇਟ ਤੇ ਪਛਾਣ ਪੱਤਰ ਬਣਾ ਲਏ ਤੇ ਹੁਣ ਨਟਵਰ ਲਾਲ ਨੂੰ ਬਹੁਤ ਭਾਸ਼ਾਵਾਂ ਦਾ ਗਿਆਨ ਸੀ, ਜਿਸ ਵਿੱਚ ਇੰਗਲਿਸ਼ ਮੇਨ ਸੀ ਤੇ ਉਸ ਨੂੰ ਭੇਸ ਬਦਲਣਾ ਤੇ ਹਰ ਇੱਕ ਦੇ ਸਾਈਨ ਕਾਪੀ ਕਰਨਾ ਬਹੁਤ ਹੀ ਆਸਾਨੀ ਨਾਲ ਆਉਂਦਾ ਸੀ ਤੇ ਇਹੀ ਇਸ ਦਾ ਸਭ ਤੋਂ ਵੱਡਾ ਹਥਿਆਰ ਸੀ। ਮੰਨ ਲਓ ਇਸ ਨੂੰ ਇਹ ਇੱਕ ਗੋਡ ਗਿਫਟ ਮਿਲਿਆ ਸੀ ਕਿ ਇਹ ਕਿਸੇ ਵੀ ਸਾਈਨ ਨੂੰ ਇੱਕ ਵਾਰ ਦੇਖ ਕੇ ਉਸ ਨੂੰ ਕਾਪੀ ਕਰ ਲੈਂਦਾ ਸੀ
ਤੇ ਇਹ ਅਖਬਾਰ ਬਹੁਤ ਪੜ੍ਹਦਾ ਸੀ ਤਾਂ ਜੋ ਪੂਰੇ ਦੇਸ਼ ਵਿੱਚ ਕੀ ਹੋ ਰਿਹਾ ਹੈ ਉਸ ਬਾਰੇ ਪਤਾ ਲੱਗਦਾ ਰਹੇ। ਤੇ ਉਸ ਸਮੇਂ ਅਖਬਾਰ ਤੇ ਰੇਡੀਓ ਹੀ ਮੇਨ ਸੀ ਤੇ ਇੱਕ ਉਹ ਵਕੀਲ ਤੇ ਦੂਜਾ ਉਹ ਹਰੇਕ ਚੀਜ਼ ਤੋਂ ਜਾਣੂ। ਇਹਨਾਂ ਚੀਜ਼ਾਂ ਦੇ ਕਾਰਨ ਹੀ ਉਹ ਕੌਨਫੀਡੈਂਟ ਰਹਿੰਦਾ ਸੀ। ਤੇ ਤੁਹਾਨੂੰ ਦੱਸ ਦਈਏ ਕਿ ਇਸ ਨੇ ਜ਼ਿਆਦਾਤਰ ਠੱਗੀਆਂ ਨਕਲੀ ਸਾਈਨ ਤੇ ਡਾਇਮੰਡ ਡਰਾਫਟ ਦੀ ਮਦਦ ਨਾਲ ਹੀ ਕੀਤੀਆਂ। ਇਸ ਨੇ ਕਦੇ ਵੀ ਪਿਸਤੌਲ ਤੇ ਚਾਕੂ ਦਾ ਇਸਤੇਮਾਲ ਨਹੀਂ ਕੀਤਾ ਤੇ 400 ਤੋਂ ਵੱਧ ਠੱਗੀਆਂ ਮਾਰਨ ਦੇ ਬਾਵਜੂਦ ਵੀ ਕਿਸੇ ਦੀ ਹੱਤਿਆ ਨਹੀਂ ਕੀਤੀ, ਜੋ ਕਿ ਬਹੁਤ ਵੱਡੀ ਗੱਲ ਹੈ। ਤੇ ਹੁਣ ਆਪਾਂ ਇਸ ਦੇ ਕੁਝ ਕਿੱਸਿਆਂ ਬਾਰੇ ਗੱਲ ਕਰਦੇ ਹਾਂ ਕਿ ਕਿਵੇਂ ਇਸ ਨੇ ਮਾਸਟਰਮਾਈਂਡ ਲਗਾ ਕੇ ਵੱਡੀਆਂ ਠੱਗੀਆਂ ਮਾਰੀਆਂ ਵੱਡੇ ਲੋਕਾਂ ਨਾਲ। ਸਭ ਤੋਂ ਵੱਡੀਆਂ ਠੱਗੀਆਂ ਵਿੱਚ ਇੱਕ ਕਿੱਸਾ ਸੀ ਕਿ ਨਟਵਰ ਲਾਲ ਨੇ ਕਨਾਟ ਪਲੇਸ ਤੋਂ ਲਗਜ਼ਰੀ ਘੜੀਆਂ ਲੁੱਟੀਆਂ ਸੀ। ਦਿੱਲੀ ਵਿੱਚ ਨਰਿੰਦਰ ਤਿਵਾਰੀ ਫਾਈਨਾਂਸ ਮਿਨਿਸਟਰ ਸੀ, ਰਾਜੀਵ ਗਾਂਧੀ ਪ੍ਰਧਾਨ ਮੰਤਰੀ, ਤੇ ਉਦੋਂ ਨਟਵਰ ਲਾਲ ਕਨਾਟ ਪਲੇਸ ਵਿੱਚ ਇੱਕ ਘੜੀ ਦੀ ਸ਼ਾਪ ਵਿੱਚ ਗਿਆ ਤੇ ਆਪਣੇ ਆਪ ਨੂੰ ਤਿਵਾਰੀ ਦਾ ਪਰਸਨਲ ਅਸਿਸਟੈਂਟ ਦੱਸਿਆ ਤੇ ਸ਼ਾਪ ਦੇ ਮਾਲਕ ਨੂੰ ਕਿਹਾ ਕਿ ਕੱਲ ਨੂੰ ਕਾਂਗਰਸ ਦੀ ਬਹੁਤ ਵੱਡੀ ਮੀਟਿੰਗ ਹੈ ਤੇ ਨਰਿੰਦਰ ਤਿਵਾਰੀ ਨੇ ਰਾਜੀਵ ਗਾਂਧੀ ਨੂੰ 93 ਘੜੀਆਂ ਗਿਫਟ ਕਰਨੀਆਂ ਨੇ ਤੇ ਇਸ ਕਰਕੇ ਮੈਨੂੰ ਸਭ ਤੋਂ ਮਹਿੰਗੀਆਂ ਘੜੀਆਂ ਦਿਖਾਓ। ਜਿਸ ਤੋਂ ਬਾਅਦ ਉਸਨੇ ਘੜੀਆਂ ਦੇਖੀਆਂ ਤੇ 93 ਘੜੀਆਂ ਦਾ ਆਰਡਰ ਦੇ ਦਿੱਤਾ ਤੇ ਅਗਲੇ ਦਿਨ ਡਿਲੀਵਰੀ ਦੇ ਸਮੇਂ ਸ਼ਾਪ ਤੇ ਪਹੁੰਚਿਆ ਤੇ ਉਹ ਵੀ ਪੂਰੀ ਲਗਜ਼ਰੀ ਗੱਡੀ ਲੈ ਕੇ ਤੇ ਬਾਡੀਗਾਰਡ ਸਮੇਤ ਤੇ ਸ਼ਾਪ ਦੇ ਮਾਲਕ ਨੂੰ ਕਿਹਾ ਕਿ ਮੈਂ ਘੜੀਆਂ ਲੈ ਜਾਂਦਾ ਤੇ ਮੇਰੇ ਨਾਲ ਆਪਣੇ ਕੋਈ ਖਾਸ 2 ਬੰਦੇ ਭੇਜ ਦਿਓ, ਮੈਂ ਉੱਥੇ ਜਾ ਕੇ ਇਹਨਾਂ ਨੂੰ ਡਰਾਫਟ ਦੇ ਦੇਵਾਂਗਾ। ਤੇ ਨਟਵਰ ਲਾਲ ਪੂਰੀ ਪਲੈਨਿੰਗ ਨਾਲ ਆਇਆ ਸੀ ਤੇ ਉਸਨੇ ਘੜੀਆਂ ਲਈਆਂ ਤੇ ਤਿਵਾਰੀ ਦੇ ਘਰ ਪਹੁੰਚ ਕੇ ਦਰਵਾਜ਼ੇ ਦੇ ਅੰਦਰ ਗਿਆ ਤੇ ਬਾਹਰ ਆ ਕੇ ਡਰਾਫਟ ਉਹਨਾਂ 2 ਬੰਦਿਆਂ ਨੂੰ ਫੜਾਇਆ ਤੇ ਇਹ ਰਕਮ ਲਗਭਗ 32000 ਦੇ ਕਰੀਬ ਸੀ ਉਸ ਸਮੇਂ। ਤੇ ਜਦੋਂ ਉਹ ਡਰਾਫਟ ਜਮ੍ਹਾਂ ਕਰਾਇਆ ਤਾਂ ਉਹ ਨਕਲੀ ਨਿਕਲਿਆ ਕਿਉਂਕਿ ਉਹ ਡਰਾਫਟ ਨਟਵਰ ਲਾਲ ਨੇ ਖੁਦ ਹੀ ਬਣਾਇਆ ਸੀ। ਬਸ ਉਹ ਤਿਵਾਰੀ ਦੇ ਘਰੇ ਜਾ ਕੇ ਵਾਪਸ ਆਇਆ ਸੀ, ਜਿਸ ਕਾਰਨ ਉਹਨਾਂ ਨੂੰ ਭਰੋਸਾ ਹੋਇਆ ਸੀ ਕਿ ਇਹ ਡਰਾਫਟ ਅੰਦਰ ਤੋਂ ਲੈ ਕੇ ਆਇਆ ਹੈ। ਪਰ ਹੁਣ ਫਸ ਤਿਵਾਰੀ ਸਾਹਿਬ ਗਏ ਸੀ, ਜਿਸ ਕਾਰਨ ਫਾਈਨਾਂਸ ਮਿਨਿਸਟਰ ਤਿਵਾਰੀ ਜੀ ਨੂੰ ਇਹ ਸਾਰਾ ਪੈਸਾ ਉਤਾਰਨਾ ਪਿਆ ਕਿਉਂਕਿ ਉਹਨਾਂ ਦੀ ਛਵੀ ਤੇ ਫਰਕ ਪੈ ਰਿਹਾ ਸੀ। ਤੇ ਇਸੇ ਤਰ੍ਹਾਂ ਫਿਰ ਇੱਕ ਵਾਰ ਇਸ ਨੇ ਦਿੱਲੀ ਦੇ ਰਾਜਾ ਜਵੈਲਰ ਨੂੰ ਨਿਸ਼ਾਨਾ ਬਣਾਇਆ ਤੇ ਉੱਥੇ ਜਾ ਕੇ ਇਸ ਨੇ ਕਿਹਾ ਕਿ ਉਹ ਵਿੱਤ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਪੀਏ ਹੈ ਤੇ ਇਸ ਨੇ ਮਾਲਕ ਨੂੰ ਕਿਹਾ ਕਿ ਪ੍ਰਤਾਪ ਸਿੰਘ ਜੀ ਦੇ ਮੁੰਡੇ ਦਾ ਵਿਆਹ ਏ ਤੇ ਉਹ ਕੁਝ ਮਹਿੰਗੇ ਗਹਿਣੇ ਖਰੀਦਣੇ ਚਾਹੁੰਦੇ ਨੇ ਤੇ ਇਸ ਕੰਮ ਲਈ ਉਹਨਾਂ ਨੇ ਮੇਰੀ ਡਿਊਟੀ ਲਾਈ ਹੈ। ਤੇ ਇਹ ਕਹਿ ਕੇ ਨਟਵਰ ਲਾਲ ਨੇ ਕੁਝ ਮਹਿੰਗੀਆਂ ਆਈਟਮਾਂ ਸਿਲੈਕਟ ਕੀਤੀਆਂ ਤੇ ਉਸ ਨੂੰ ਕਿਹਾ ਕਿ ਇਸ ਦੇ ਪੈਸੇ ਡਰਾਫਟ ਰਾਹੀਂ ਦੇਵਾਂਗੇ ਤੇ ਕਿਹਾ ਕਿ ਤੁਸੀਂ ਮੇਰੇ ਨਾਲ ਇੱਕ ਬੰਦਾ ਡਰਾਫਟ ਲਿਆਉਣ ਲਈ ਭੇਜ ਦਿਓ ਤੇ ਇੱਥੇ ਉਸ ਨੇ ਕਨਾਟ ਪਲੇਸ ਵਾਲਾ ਹੀ ਪਲਾਨ ਵਰਤਿਆ ਸੀ। ਤੇ ਫਿਰ ਉਸ ਨੇ ਵਿੱਤ ਮੰਤਰੀ ਦੇ ਘਰ ਜਾ ਕੇ ਐਂਟਰੀ ਮਾਰੀ ਤੇ ਮੰਤਰੀ ਨੂੰ ਕੰਪਨੀ ਦਾ ਮਾਲਕ ਬਣ ਕੇ ਮਿਲਿਆ ਤੇ ਬਾਹਰ ਆ ਕੇ ਗਹਿਣਿਆਂ ਦੇ ਪੈਸੇ ਦਾ ਡਰਾਫਟ ਦੇ ਦਿੱਤਾ। ਪਰ ਇਹ 82000 ਰੁਪਏ ਦਾ ਡਰਾਫਟ ਵੀ ਫਰਜ਼ੀ ਸੀ। ਤੇ ਹੁਣ ਇੱਥੇ ਤੁਸੀਂ ਸੋਚ ਰਹੇ ਹੋਵੋਗੇ ਕਿ ਨਟਵਰ ਲਾਲ ਏਦਾਂ ਉਹਨਾਂ ਦੇ ਘਰੇ ਜਾ ਕੇ ਵਾਪਸ ਕਿਵੇਂ ਆ ਜਾਂਦਾ ਸੀ। ਕਈ ਵਾਰ ਇਹ ਸਮਾਜ ਸੇਵਕ ਲੋਕਾਂ ਦਾ ਭਲਾ ਕਰਨ ਵਾਲਾ ਬਣ ਕੇ ਜਾਂਦਾ ਸੀ ਤੇ ਮੌਕੇ ਦੇ ਹਿਸਾਬ ਨਾਲ ਹੋਰ ਵੀ ਬਹੁਤ ਕੁਝ ਬਣ ਜਾਂਦਾ ਸੀ। ਪਰ ਲੋਕਾਂ ਨੂੰ ਹੁਣ ਪਤਾ ਲੱਗਣ ਲੱਗ ਗਿਆ ਸੀ ਕਿ ਇਸ ਤਰ੍ਹਾਂ ਵੀ ਚੋਰੀ ਹੁੰਦੀ ਹੈ। ਪਰ ਇਹ ਆਪਣੇ ਆਈਡੀਆ ਨੂੰ ਥੋੜਾ ਬਹੁਤ ਬਦਲ ਕੇ ਠੱਗੀਆਂ ਮਾਰਦਾ ਰਿਹਾ ਤੇ ਇਸ ਤੋਂ ਬਾਅਦ ਉਹ ਗੋਰਖਪੁਰ ਜਦੋਂ ਇੱਕ ਵਾਚ ਡੀਲਰ ਨਾਲ ਠੱਗੀ ਮਾਰਨ ਗਿਆ ਤਾਂ ਉਹ ਸ਼ਾਪ ਦੇ ਮਾਲਕ ਨੂੰ ਨਟਵਰ ਲਾਲ ਤੇ ਸ਼ੱਕ ਹੋ ਗਿਆ ਤੇ ਉਸ ਨੇ ਨਟਵਰ ਲਾਲ ਨੂੰ ਉਲਝਾ ਕੇ ਰੱਖਿਆ ਤੇ ਫੋਨ ਕਰਕੇ ਪੁਲਿਸ ਬੁਲਾ ਲਈ, ਜਿੱਥੇ ਪਹਿਲੀ ਵਾਰ ਨਟਵਰ ਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਪਹਿਲੀ ਵਾਰ ਇਸ ਨੂੰ ਫੜਿਆ ਜਾਣ ਕਾਰਨ ਕੁਝ ਕੁ ਸਾਲਾਂ ਵਿੱਚ ਹੀ ਇਸ ਨੂੰ ਜ਼ਮਾਨਤ ਮਿਲ ਗਈ ਸੀ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਰਜਿੰਦਰ ਪ੍ਰਸਾਦ ਜੋ ਕਿ ਇੰਡੀਆ ਦੇ ਪਹਿਲੇ ਰਾਸ਼ਟਰਪਤੀ ਸੀ ਤੇ ਇਹ ਨਟਵਰ ਲਾਲ ਦੇ ਗੁਆਂਢੀ ਪਿੰਡ ਦੇ ਹੀ ਸੀ। ਤੇ ਜਦੋਂ ਇਹ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਪਿੰਡ ਗਏ ਤਾਂ ਉੱਥੇ ਇਹਨਾਂ ਨੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਤੇ ਉੱਥੇ ਫਿਰ ਨਟਵਰ ਲਾਲ ਵੀ ਪਹੁੰਚਿਆ ਤੇ ਇਹ ਆਪਣਾ ਕਾਰਨਾਮਾ ਦਿਖਾਏ ਬਿਨਾਂ ਕਿੱਥੇ ਰਹਿ ਸਕਦਾ ਸੀ। ਇਸ ਨੇ ਉਸ ਸਮੇਂ ਰਜਿੰਦਰ ਪ੍ਰਸਾਦ ਜੀ ਨੂੰ ਆਪਣਾ ਟੈਲੈਂਟ ਦਿਖਾਇਆ। ਉਹਨਾਂ ਨੂੰ ਕਿਹਾ ਕਿ ਇੱਥੇ ਇੱਕ ਵਾਰ ਸਾਈਨ ਕਰੋ ਤੇ ਉਹਨਾਂ ਦੇ ਸਾਈਨ ਇੱਕ ਵਾਰ ਦੇਖ ਕੇ ਹੀ ਇਸ ਨੇ ਕਾਪੀ ਕਰ ਦਿੱਤੇ, ਜਿਸ ਤੋਂ ਰਜਿੰਦਰ ਪ੍ਰਸਾਦ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਇਸ ਨੂੰ ਸਰਕਾਰੀ ਨੌਕਰੀ ਦੇਣ ਲਈ ਕਿਹਾ। ਪਰ ਇਸ ਨੂੰ ਸਰਕਾਰੀ ਨੌਕਰੀ ਕਿੱਥੋਂ ਵਧੀਆ ਲੱਗਣੀ ਸੀ। ਇਸ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਕਿਉਂਕਿ ਇਸ ਦਾ ਇੰਟਰਸਟ ਹੋਰ ਕੰਮਾਂ ਵਿੱਚ ਸੀ। ਤੇ ਉਸ ਸਮੇਂ ਨਟਵਰ ਲਾਲ ਨੇ ਰਜਿੰਦਰ ਪ੍ਰਸਾਦ ਨੂੰ ਕਿਹਾ ਵੀ ਸੀ ਕਿ ਜੇ ਤੁਸੀਂ ਮੇਰੇ ਦਿਮਾਗ ਦਾ ਸਹੀ ਇਸਤੇਮਾਲ ਕਰੋ ਤਾਂ ਮੈਂ ਇੰਡੀਆ ਦਾ ਸਾਰਾ ਕਰਜ਼ ਉਤਾਰ ਦੇਵਾਂਗਾ ਤੇ ਜੋ
ਪੈਸਾ ਅੰਗਰੇਜ਼ ਲੁੱਟ ਕੇ ਲੈ ਗਏ ਨੇ ਮੈਂ ਉਹ ਦੁਬਾਰਾ ਇੰਡੀਆ ਵਿੱਚ ਵਾਪਸ ਲੈ ਕੇ ਆਵਾਂਗਾ। ਪਰ ਇਹ ਸਭ ਕੁਝ ਇੱਕ ਸਕੈਮ ਦੇ ਤੌਰ ਤੇ ਹੋਵੇਗਾ, ਕਾਨੂੰਨੀ ਤੌਰ ਤੇ ਨਹੀਂ, ਤੇ ਹੋਵੇਗਾ ਤਾਂ ਜੇਕਰ ਤੁਸੀਂ ਮੇਰਾ ਸਾਥ ਦੇਵੋਗੇ, ਕਿਉਂਕਿ ਉਹ ਉਸ ਸਮੇਂ ਰਾਸ਼ਟਰਪਤੀ ਸੀ ਤੇ ਜਿਸ ਨੂੰ ਰਜਿੰਦਰ ਪ੍ਰਸਾਦ ਨੇ ਸਵੀਕਾਰ ਨਹੀਂ ਕੀਤਾ ਤੇ ਰਾਸ਼ਟਰਪਤੀ ਅਜਿਹਾ ਕਰ ਵੀ ਨਹੀਂ ਸਕਦਾ ਸੀ। ਤੇ ਨਟਵਰ ਲਾਲ ਨੇ 1950 ਤੋਂ ਬਾਅਦ 3 ਵਾਰ ਤਾਜ ਮਹਿਲ, 2 ਵਾਰ ਲਾਲ ਕਿਲਾ, 1 ਵਾਰ ਸੰਸਦ ਤੇ 1 ਵਾਰ ਰਾਸ਼ਟਰਪਤੀ ਭਵਨ ਵੇਚਿਆ ਸੀ। ਤੇ ਇਸ ਨੇ ਤਾਜ ਮਹਿਲ ਵੇਚਣ ਲਈ ਪੂਰਾ ਪਲਾਨ ਬਣਾਇਆ ਸੀ। ਇੱਕ ਫਾਈਲ ਵਿੱਚ ਸਾਰੇ ਅਸਲੀ ਦਿਖਣ ਵਾਲੇ ਕਾਗਜ਼, ਜਿਨ੍ਹਾਂ ਦੇ ਵਿੱਚ ਸਟਾਂਪ ਵੀ ਲੱਗੇ ਹੋਏ ਸੀ, ਤੇ ਕਿੰਨੀ ਜਗ੍ਹਾ ਵਿੱਚ ਤਾਜ ਮਹਿਲ ਫੈਲਿਆ ਹੋਇਆ ਹੈ, ਤੇ ਕੁੱਲ ਰਕਬਾ ਕਿੰਨਾ ਹੈ, ਤੇ ਕਿੰਨੀ ਜਗ੍ਹਾ ਵਿੱਚ ਪਾਰਕ ਹੈ, ਸਾਰੀਆਂ ਜਾਣਕਾਰੀਆਂ ਉਸਨੇ ਲਿਖੀਆਂ ਹੋਈਆਂ ਸੀ। ਤੇ ਇਸ ਨੇ ਆਪਣਾ ਨਿਸ਼ਾਨਾ ਵਿਦੇਸ਼ੀ ਗੋਰਿਆਂ ਨੂੰ ਬਣਾਇਆ ਤੇ ਇਸ ਨੇ ਆਪਣੇ ਇੱਕ ਸਾਥੀ ਦੀ ਮਦਦ ਨਾਲ ਤਾਜ ਮਹਿਲ ਤੇ ਆਉਣ ਵਾਲੇ ਫੋਰਨਰਾਂ ਨੂੰ ਇਹ ਦੱਸਿਆ ਕਿ ਭਾਰਤ ਸਰਕਾਰ ਤਾਜ ਮਹਿਲ ਨੂੰ ਵੇਚ ਰਹੀ ਹੈ। ਤੇ ਤਾਜ ਮਹਿਲ ਬਾਰੇ ਗੋਰਿਆਂ ਨੂੰ ਪਹਿਲਾਂ ਹੀ ਪਤਾ ਸੀ ਤੇ ਉਹਨਾਂ ਨੂੰ ਹੋਰ ਲਾਲਚ ਦਿੱਤਾ ਜਾਂਦਾ ਸੀ ਕਿ ਤੁਹਾਡੇ ਬਜ਼ੁਰਗ ਵੀ ਇੱਥੇ ਬਹੁਤ ਰਹਿੰਦੇ ਸੀ ਤੇ ਅੱਜ ਤੁਸੀਂ ਇਸ ਦੇ ਮਾਲਕ ਬਣ ਸਕਦੇ ਹੋ। ਮਤਲਬ ਇੱਕ ਬੰਦਾ ਭੇਜ ਕੇ ਬਾਹਰ ਦੇ ਲੋਕਾਂ ਨੂੰ ਯਕੀਨ ਦਿਵਾਇਆ ਜਾਂਦਾ ਤੇ ਜੇਕਰ ਕੋਈ ਇੰਟਰਸਟਡ ਲੱਗਦਾ ਤਾਂ ਉਸ ਨੂੰ ਨਟਵਰ ਲਾਲ ਨਾਲ ਮਿਲਾਇਆ ਜਾਂਦਾ ਤੇ ਨਟਵਰ ਲਾਲ ਫਿਰ ਸਰਕਾਰੀ ਮੁਲਾਜ਼ਮ ਬਣ ਕੇ ਮਿਲਦਾ ਤੇ ਉੱਤੋਂ ਸ਼ੈਤਾਨੀ ਦਿਮਾਗ ਤੇ ਭਾਰੀ ਕਾਗਜ਼ਾਂ ਦੇ ਨਾਲ ਉਹ ਅਖਬਾਰ ਦੀਆਂ ਕਟਿੰਗਾਂ ਵੀ ਲੈ ਕੇ ਆਉਂਦਾ, ਜਿਨ੍ਹਾਂ ਵਿੱਚ ਸਰਕਾਰ ਦੀ ਐਡ ਦਿੱਤੀ ਹੁੰਦੀ ਸੀ ਕਿ ਤਾਜ ਮਹਿਲ ਨੂੰ ਸਰਕਾਰ ਵੇਚਣਾ ਚਾਹੁੰਦੀ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਉਹ ਸਾਹਮਣੇ ਵਾਲੇ ਵਿਅਕਤੀ ਨੂੰ ਪ੍ਰਭਾਵਿਤ ਕਰ ਲੈਂਦਾ ਸੀ ਤੇ ਇਸ ਤਰ੍ਹਾਂ ਉਸਨੇ ਤਾਜ ਮਹਿਲ ਵੇਚਣ ਲਈ ਇੱਕ ਅੰਗਰੇਜ਼ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਤੇ ਉਸ ਵਕਤ ਅਖਬਾਰ ਦੀ ਐਡ ਨੂੰ ਬਹੁਤ ਜ਼ਿਆਦਾ ਮੰਨਿਆ ਜਾਂਦਾ ਸੀ ਤੇ ਇਹੀ ਤਰੀਕਾ ਵਰਤ ਕੇ ਉਸਨੇ ਅੰਗਰੇਜ਼ ਨੂੰ ਤਾਜ ਮਹਿਲ ਵੇਚ ਦਿੱਤਾ। ਤੇ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਅੰਗਰੇਜ਼ ਤਾਜ ਮਹਿਲ ਨੂੰ ਅੱਗੇ ਵੇਚਣ ਲਈ ਪਤਾ ਕਰਨ ਕੋਰਟ ਵਿੱਚ ਗਿਆ, ਜਿੱਥੇ ਉਸ ਨੂੰ ਪਤਾ ਲੱਗਿਆ ਕਿ ਤਾਜ ਮਹਿਲ ਦੇ ਸਾਰੇ ਪੇਪਰ ਨਕਲੀ ਨੇ ਤੇ ਉਸ ਨਾਲ ਬਹੁਤ ਵੱਡਾ ਸਕੈਮ ਹੋ ਗਿਆ ਤੇ ਇਸੇ ਤਰੀਕੇ ਨਾਲ ਉਸਨੇ 2 ਵਾਰ ਤਾਜ ਮਹਿਲ ਫੇਰ ਵੇਚ ਦਿੱਤਾ ਤੇ 3 ਵਾਰ ਉਸ ਦਾ ਸ਼ਿਕਾਰ ਅੰਗਰੇਜ਼ ਹੀ ਬਣੇ ਜੋ ਉੱਥੇ ਘੁੰਮਣ ਆਉਂਦੇ ਸੀ। ਤੇ 3 ਵਾਰ ਨਟਵਰ ਲਾਲ ਨੇ ਲੱਖਾਂ ਰੁਪਈਆਂ ਵਿੱਚ ਇਹ ਤਾਜ ਮਹਿਲ ਵੇਚਿਆ ਸੀ। ਤੇ ਜੇਕਰ ਤੁਸੀਂ ਕਦੇ ਤਾਜ ਮਹਿਲ ਵਿੱਚ ਨਹੀਂ ਗਏ ਤਾਂ ਤੁਸੀਂ ਸਾਡੀ ਤਾਜ ਮਹਿਲ ਵਾਲੀ ਵੀਡੀਓ ਜ਼ਰੂਰ ਦੇਖਿਓ। ਉਸ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਤਾਜ ਮਹਿਲ ਵਿੱਚ ਹੋਰ ਕਿੰਨੀਆਂ ਚੀਜ਼ਾਂ ਨੇ ਜੋ ਆਮ ਇਨਸਾਨ ਨੂੰ ਨਹੀਂ ਪਤਾ। ਮਤਲਬ ਜੋ ਅੱਜ ਸਾਡੀ ਸਾਇੰਸ ਨੇ ਤਰੱਕੀ ਕੀਤੀ ਹੈ ਉਹ ਉਸ ਵਕਤ ਵੀ ਤਾਜ ਮਹਿਲ ਵਿੱਚ ਵਰਤੀ ਗਈ ਸੀ। ਤੇ ਹੋਰ ਵੀ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਨੇ ਉਸ ਵੀਡੀਓ ਵਿੱਚ। ਤੇ ਅੱਗੇ ਗੱਲ ਕਰਦੇ ਹਾਂ, ਇਸ ਨੇ 2 ਵਾਰ ਲਾਲ ਕਿਲਾ ਵੇਚਿਆ ਕਿਉਂਕਿ ਇਸ ਨੂੰ ਨਕਲੀ ਕਾਗਜ਼ ਬਣਾਉਣੇ ਆਉਂਦੇ ਸੀ ਤੇ ਇਸ ਕਰਕੇ ਇਸ ਨੇ ਸਾਰੇ ਮੰਤਰਾਲੇ ਦੇ ਨਕਲੀ ਕਾਗਜ਼ ਬਣਾਏ, ਜਿਸ ਵਿੱਚ ਬਕਾਇਦਾ ਇਸ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੇ ਨਕਲੀ ਸਾਈਨ ਵੀ ਕੀਤੇ। ਤੇ ਇਸ ਵਾਰ ਇਹ ਠੱਗੀ ਵਿੱਚ ਇੱਕ ਅੰਗਰੇਜ਼ ਤੇ ਇੱਕ ਇੰਡੀਅਨ ਬਿਜ਼ਨਸਮੈਨ ਸ਼ਿਕਾਰ ਬਣੇ ਤੇ ਨਟਵਰ ਲਾਲ ਸਕੈਮ ਕਰਕੇ ਫੇਰ ਫਰਾਰ ਹੋ ਗਿਆ। ਤੇ 1951 ਵਿੱਚ ਨਟਵਰ ਲਾਲ ਨੇ ਪੂਰੇ ਇੰਡੀਆ ਨੂੰ ਹੈਰਾਨ ਕਰ ਦਿੱਤਾ ਜਦੋਂ ਇਸ ਨੇ ਇੱਕ ਫੋਰਨਰ ਬਿਜ਼ਨਸਮੈਨ ਨੂੰ ਪੂਰਾ ਸੰਸਦ ਭਵਨ ਹੀ ਵੇਚ ਦਿੱਤਾ। ਤੇ ਜਦੋਂ ਇਹ ਪੈਸਿਆਂ ਦਾ ਲੈਣ ਦੇਣ ਕਰ ਰਿਹਾ ਸੀ ਉਸ ਵਕਤ ਸੰਸਦ ਭਵਨ ਵਿੱਚ 400 ਦੇ ਕਰੀਬ ਮੰਤਰੀ ਮੀਟਿੰਗ ਕਰ ਰਹੇ ਸੀ। ਕਹਿਣ ਦਾ ਮਤਲਬ ਕਿ ਨਟਵਰ ਲਾਲ ਨੇ ਸਣੇ ਮੰਤਰੀਆਂ ਦੇ ਸੰਸਦ ਭਵਨ ਨੂੰ ਵੇਚ ਦਿੱਤਾ ਸੀ। ਤੇ ਜੋ ਕਾਗਜ਼ ਇਸ ਨੇ ਫੋਰਨਰ ਨੂੰ ਦਿੱਤੇ ਉਹਨਾਂ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਰਜਿੰਦਰ ਪ੍ਰਸਾਦ ਦੇ ਬਕਾਇਦਾ ਸਾਈਨ ਕੀਤੇ ਸੀ, ਜੋ ਕਿ ਉਸਨੇ ਉਸ ਵਕਤ ਕਾਪੀ ਕੀਤੇ ਸੀ ਜਦੋਂ ਉਹ ਰਾਸ਼ਟਰਪਤੀ ਨੂੰ ਉਹਨਾਂ ਦੇ ਪਿੰਡ ਮਿਲਿਆ ਸੀ। ਤੇ ਇਸੇ ਸਾਲ ਇਸ ਨੇ ਰਜਿੰਦਰ ਪ੍ਰਸਾਦ ਦੇ ਸਾਈਨ ਕਰਕੇ ਜਿੱਥੇ ਰਾਸ਼ਟਰਪਤੀ ਰਹਿੰਦਾ ਹੈ, ਮਤਲਬ ਰਾਸ਼ਟਰਪਤੀ ਭਵਨ, ਉਹ ਵੀ ਵੇਚ ਦਿੱਤਾ ਸੀ। ਤੇ ਹੁਣ ਕੁਝ ਲੋਕ ਸੋਚਦੇ ਹੋਣਗੇ ਕਿ ਇਹ ਚੀਜ਼ਾਂ ਖਰੀਦਣ ਵਾਲੇ ਕੀ ਸਦਾਈ ਸੀ ਜਿਨ੍ਹਾਂ ਨੇ ਕੋਈ ਜਾਂਚ ਪੜਤਾਲ ਹੀ ਨਹੀਂ ਕੀਤੀ ਸੀ। ਤਾਂ ਤੁਹਾਨੂੰ ਦੱਸ ਦਈਏ ਕਿ ਨਟਵਰ ਲਾਲ ਪੂਰੇ ਵਧੀਆ ਤਰੀਕੇ ਨਾਲ ਮੀਟਿੰਗ ਕਰਕੇ ਆਪਣੇ ਜਾਲ ਵਿੱਚ ਫਸਾਉਣ ਲਈ ਸਾਹਮਣੇ ਵਾਲੇ ਨੂੰ ਇਹ ਚੀਜ਼ਾਂ ਖਰੀਦਣ ਦੇ ਫਾਇਦੇ ਦੱਸਦਾ ਸੀ। ਤੇ ਜੋ ਉਸ ਕੋਲ ਫਾਈਲ ਹੁੰਦੀ ਸੀ ਉਸ ਵਿੱਚ ਸਾਰੇ ਸਾਈਨ ਤੇ ਪੇਪਰ ਪੂਰੇ ਹੁੰਦੇ ਸੀ ਕਿਉਂਕਿ ਉਹ ਨਟਵਰ ਲਾਲ ਆਪ ਹੀ ਬਣਾਉਂਦਾ ਸੀ ਤੇ ਆਪਣੇ ਨਾਲ ਇੱਕ ਉੱਚ ਪੋਸਟ ਦਾ ਬੰਦਾ ਜ਼ਰੂਰ ਰੱਖਦਾ ਸੀ। ਤੇ ਪਟਵਾਰੀ ਕਾਨੂੰਗੋ ਜੋ ਉਸਨੇ ਖੁਦ ਹੀ ਭੇਸ ਬਦਲ ਕੇ ਆਪਣੇ ਨਾਲ ਰੱਖੇ ਹੁੰਦੇ ਸੀ, ਜਿਸ ਨਾਲ ਸਾਹਮਣੇ ਵਾਲਾ ਜਾਲ ਵਿੱਚ ਫਸਣਾ ਆਮ ਗੱਲ ਹੈ। ਤੇ ਇਸ ਦੇ ਡਾਕੂਮੈਂਟ ਬਹੁਤ ਜ਼ਿਆਦਾ ਪੱਕੇ ਹੁੰਦੇ ਸੀ ਤੇ ਵੇਚਣ ਤੋਂ ਬਾਅਦ ਇਹ ਇੱਕ ਨਵੀਂ ਸਟੇਟ ਵਿੱਚ ਚਲਾ ਜਾਂਦਾ ਸੀ। ਤੇ ਜਦੋਂ ਇਸ ਨੇ ਇਹ ਠੱਗੀਆਂ ਕੀਤੀਆਂ ਤਾਂ ਇਸ ਉੱਤੇ ਸਰਕਾਰੀ ਸੰਪਤੀ ਵੇਚਣ ਦੇ ਤਹਿਤ ਕੇਸ ਦਰਜ ਹੋ ਗਏ ਤੇ ਇਸ ਸਮੇਂ ਤੱਕ ਲਗਭਗ ਇਸ ਉੱਤੇ 150 ਦੇ ਕਰੀਬ ਕੇਸ ਸੀ ਤੇ ਜਿਨ੍ਹਾਂ ਵਿੱਚੋਂ ਪਹਿਲੇ 19 ਕੇਸਾਂ ਵਿੱਚ ਹੀ ਇਸ ਨੂੰ 113 ਸਾਲ ਦੀ ਸਜ਼ਾ ਹੋ ਗਈ ਸੀ ਤੇ ਬਾਕੀ ਕੇਸਾਂ ਦਾ ਫੈਸਲਾ ਹਜੇ ਆਉਣਾ ਸੀ। ਤੇ ਇਹਨਾਂ 113 ਸਾਲਾਂ ਵਿੱਚੋਂ ਵੀ ਇਸ ਨੇ ਸਿਰਫ 20 ਸਾਲ ਹੀ ਜੇਲ੍ਹ ਵਿੱਚ ਕੱਟੇ ਤੇ ਉਹ ਵੀ ਕਦੇ 1 ਸਾਲ ਤੇ ਕਦੇ 2 ਸਾਲ ਤੇ ਇਸ ਤਰ੍ਹਾਂ ਟੁੱਟਵੇਂ ਸਾਲ ਹੀ ਜੇਲ੍ਹ ਵਿੱਚ ਰਿਹਾ। ਤੇ ਇਹ 9 ਵਾਰ ਜੇਲ੍ਹ ਵਿੱਚ ਗਿਆ ਸੀ, ਜਿਸ ਵਿੱਚੋਂ ਇਹ ਪਹਿਲੀ ਵਾਰ ਗੋਰਖਪੁਰ ਵਾਲੇ ਸਕੈਮ ਵਿੱਚੋਂ ਹੀ ਜ਼ਮਾਨਤ ਤੇ ਬਾਹਰ ਆਇਆ ਤੇ ਬਾਕੀ 8 ਵਾਰ ਇਹ ਜੇਲ੍ਹ ਵਿੱਚੋਂ ਭੱਜਿਆ ਹੀ ਸੀ। ਤੇ ਜਦੋਂ ਇਸ ਦੀ ਇੱਕ ਵਾਰ ਇੰਡੀਆ ਟੁਡੇ ਨੇ ਇੰਟਰਵਿਊ ਕੀਤੀ
ਕੀਤੀ ਤਾਂ ਇਸ ਨੂੰ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਭੱਜ ਜਾਂਦੇ ਹੋ, ਤੇ ਇਸ ਨੇ ਕਿਹਾ ਕਿ ਮੈਂ ਭੱਜਦਾ ਨਹੀਂ, ਇਹ ਪੁਲਿਸ ਵਾਲੇ ਹੀ ਦਰਵਾਜ਼ਾ ਖੋਲ ਦਿੰਦੇ ਨੇ ਤਾਂ ਫਿਰ ਮੈਂ ਚਲਾ ਜਾਣਾ। ਤੇ ਇਸੇ ਤਰ੍ਹਾਂ ਤੁਹਾਨੂੰ ਇੱਕ 1957 ਦੀ ਘਟਨਾ ਦੱਸਦੇ ਹਾਂ। ਲਖਨਊ ਦੀ ਜੇਲ੍ਹ ਵਿੱਚ ਬੰਦ ਨਟਵਰ ਲਾਲ ਨੇ ਆਪਣੇ ਲਈ ਇੱਕ ਪੁਲਿਸ ਦੀ ਵਰਦੀ ਜੇਲ੍ਹ ਅੰਦਰ ਮੰਗਵਾਈ ਤੇ 11 ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਆਪਣੇ ਨਾਲ ਮਿਲਾ ਲਿਆ ਤੇ ਪੁਲਿਸ ਵਾਲਿਆਂ ਨੂੰ 5 ਲੱਖ ਰੁਪਏ ਦੇ ਕਰੀਬ ਦੇਣ ਦਾ ਵਾਅਦਾ ਕੀਤਾ। ਸੋ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।